ਵਾਹਿਗੁਰੂ जी का खालसा श्री वाहिगुरू जी की फतेह। शबद चैनल देख रहे सारे दर्शकों का मैं राजदीप कौर धन्यवाद करदी हाँ ते जी आया आखदी हाँ। अज आपां सिख धर्म नाल जुड़ी उस इतिहासिक इमारत दे तुहानूं दर्शन करावांगे, उस शख्सियत बारे दसांगे जिन्हां दी सिख धर्म दे विच एक वडमुली जगह आ। पर आपां जदों भी श्री फतेहगढ़ साहिब आउणे आ, ये जगह श्री फतेहगढ़ साहिब दे विच है। आपां जदों भी श्री फतेहगढ़ साहिब आउणे आ, आपां इत्थे दर्शन करके नहीं जांदे क्योंकि आपां नूं इस बारे ज़्यादा पता नहीं है। जिन्हां ने सानूं जिंदगी दे वड्डे वड्डे वरतारियां दे नाल ते वड्डियां वड्डियां शख्सियतां दे सन्मुख कराया हुंदा है, उन्हां ही महान घटनावां दे विचों एक दुखदाई घटना जो साडे लई खरींद है, वो है माता गुजर कौर जी ते छोटे साहिबजादिਆਂ ਦੀ शहीदी। ਜਦੋਂ ਵਜ਼ੀਰ ਖਾਨ ਨੇ ਉਹਨਾਂ ਨੂੰ ਸ਼ਹੀਦੀ ਦਾ ਹੁਕਮ ਦਿੱਤਾ ਤੇ ਉਹਨਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਹਨਾਂ ਦੀ ਦੇਹ ਦੇ ਸੰਸਕਾਰ ਦੇ ਲਈ ਵੀ ਬੋਲੀ ਲਾਈ ਕਿ ਜੇ ਕਿਸੇ ਨੇ ਸੰਸਕਾਰ ਕਰਨਾ ਤਾਂ ਇਹਦਾ ਮੁੱਲ ਲੱਗੇਗਾ। ਮੈਨੂੰ ਨਹੀਂ ਲੱਗਦਾ ਕਿ ਆਪਾਂ ਆਪਣੇ ਢਿੱਡੋਂ ਜੰਮੇ ਦਾ ਵੀ ਇੰਨਾ ਕਰ ਸਕਦੇ ਹਾਂ। ਜਿਹੜੀ ਸ਼ਖਸੀਅਤ ਉਸ ਵਕਤ ਸਾਹਮਣੇ ਆਈ ਜਿਸ ਨੇ ਸੰਸਕਾਰ ਦੀ ਜ਼ਿੰਮੇਵਾਰੀ ਲਈ ਤੇ ਉਸ ਦੀ ਰਕਮ ਅਦਾ ਕੀਤੀ ਤੇ ਉਹ ਜ਼ਮੀਨ ਖਰੀਦੀ ਜਿਹੜੀ ਕਿ ਸੰਸਾਰ ਦੀਆਂ ਸਾਰੀਆਂ ਮਹਿੰਗੀਆਂ ਜ਼ਮੀਨਾਂ ਦੇ ਵਿੱਚੋਂ ਇੱਕ ਹੈ, ਉਹ ਸਨ ਭਾਈ ਟੋਡਰ ਮੱਲ ਜੀ। ਤੇ ਅੱਜ ਆਪਾਂ ਉਹਨਾਂ ਦੀ ਹਵੇਲੀ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਸ ਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਹੈ। ਆਪਣੇ ਆਪ ਦੇ ਵਿੱਚੋਂ ਇੱਕ ਸੋਹਣੀ ਇਮਾਰਤ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਹੈ ਤੇ ਇੱਥੇ ਪਰਸਨਲੀ ਮੈਨੂੰ ਇੱਥੇ ਆ ਕੇ ਲੱਗ ਰਿਹਾ ਕਿ ਅਸੀਂ ਇਸ ਦੇ ਲਈ ਹੋਰ ਬਹੁਤ ਕੁਝ ਕਰ ਸਕਦੇ ਸੀ ਜਾਂ ਕਰ ਸਕਦੇ ਹਾਂ, ਪਰ ਅਸੀਂ ਉਸ ਦੀ ਜ਼ਿੰਮੇਵਾਰੀ ਨਹੀਂ ਚੁੱਕੀ ਜਾਂ ਨਹੀਂ ਚੁੱਕਣਾ ਚਾਹੁੰਦੇ। ਬਹੁਤ ਸਾਰੀਆਂ ਇਹੋ ਜਿਹੀਆਂ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਨੂੰ ਮੈਨੂੰ ਪਤਾ ਆ ਕਿ ਉਹ ਬੇਲੋੜੀਆਂ ਜਾਂ ਬੇਮਤਲਬੀ ਥਾਵਾਂ ਦੇ ਉੱਤੇ ਅਸੀਂ ਇਨਵੈਸਟ ਕੀਤਾ ਆ ਜਾਂ ਸਾਡੀ ਕੌਮ ਨੇ ਇਨਵੈਸਟ ਕੀਤਾ ਆ, ਜਿੱਥੇ ਕਰਨਾ ਚਾਹੀਦਾ ਸੀ ਉੱਥੇ ਨਹੀਂ ਕੀਤਾ। ਅੱਜ ਅਸੀਂ ਤੁਹਾਨੂੰ ਉਸ ਮਹਾਨ ਸ਼ਖਸੀਅਤ ਭਾਈ ਟੋਡਰ ਮੱਲ ਜੀ ਦੀ ਸ਼ਖਸੀਅਤ ਨਾਲ ਰੂਬਰੂ ਕਰਾਉਂਦੇ ਹੋਏ ਉਹਨਾਂ ਦੀ ਹਵੇਲੀ ਦੇ ਤੁਹਾਨੂੰ ਨਾਲ ਦਰਸ਼ਨ ਕਰਵਾਵਾਂਗੇ, ਜਿਹਨੂੰ ਕਿ ਸਾਂਭਣ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਅਗਲੀਆਂ ਪੀੜ੍ਹੀਆਂ ਤੱਕ ਜੇ ਕੁਝ ਜਾਏਗਾ ਤਾਂ ਉਹ ਇਹੀ ਇਤਿਹਾਸਿਕ ਸਥਾਨ ਜਾਂ ਇਤਿਹਾਸਿਕ ਖਰੜੇ ਹੁੰਦੇ ਨੇ ਜਿਹੜੇ ਜਾਣਕਾਰੀ ਅੱਗੇ ਤੋਂ ਅੱਗੇ ਲੈ ਕੇ ਜਾਂਦੇ ਨੇ। ਸੋ ਆਓ ਆਪਾਂ ਪਹਿਲਾਂ ਦਰਸ਼ਨ ਕਰਦੇ ਹਾਂ ਭਾਈ ਟੋਡਰ ਮੱਲ ਜੀ ਦੀ ਹਵੇਲੀ ਦੇ। ਦੀਵਾਨ ਟੋਡਰ ਮੱਲ ਇੱਕ ਭਲੇ ਤੇ ਨੇਕ ਇਨਸਾਨ ਸਨ। ਉਹਨਾਂ ਨੂੰ ਟੋਡਰ ਮੱਲ ਜਾਂ ਟੋਡਰ ਮੱਲ ਸ਼ਾਹਜਹਾਨੀ ਵੀ ਕਿਹਾ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਨੇ ਇਹਨਾਂ ਨੂੰ ਰਾਏ ਦਾ ਖਿਤਾਬ ਦਿੱਤਾ ਹੋਇਆ ਸੀ। ਇਹਨਾਂ ਕੋਲ 100 ਘੋੜਸਵਾਰ 200 ਪਿਆਦਾ ਫੌਜ ਰੱਖਣ ਦਾ ਹੱਕ ਸੀ, ਜੋ ਵਾਧਾ 1648 ਵਿੱਚ 2000 ਘੋੜਸਵਾਰ ਤੇ 4000 ਪਿਆਦਾ ਸਿਪਾਹੀ ਹੋ ਗਿਆ ਸੀ। 1650 ਵਿੱਚ ਟੋਡਰ ਮੱਲ ਦੇ ਨਿਜ਼ਾਮ ਹੇਠ ਸਰਹੰਦ ਹੀ ਨਹੀਂ ਬਲਕਿ ਦੀਪਾਲਪੁਰ, ਜਲੰਧਰ ਤੇ ਸੁਲਤਾਨਪੁਰ ਦੇ ਸੂਬੇ ਵੀ ਸਨ। ਇਹਨਾਂ ਦੀ ਆਮਦਨ ਵਿੱਚੋਂ 50 ਲੱਖ ਟਕੇ ਸਾਲਾਨਾ ਉਹਨਾਂ ਨੂੰ ਆਪਣੇ ਵਾਸਤੇ ਮਿਲਦੇ ਸੀ। ਦੀਵਾਨ ਟੋਡਰ ਮੱਲ ਸਰਹੰਦ ਦੇ ਇੱਕ ਵੱਡੇ ਧਨਾੜ ਮਹਾਜਨ ਸਨ। ਦੀਵਾਨ ਟੋਡਰ ਮੱਲ ਆਗਰਾ ਤੋਂ ਲਾਹੌਰ ਤੱਕ ਜਿਹੜਾ ਰਸਤਾ ਜਾਂਦਾ ਸੀ, ਲੰਮਾ ਸਫ਼ਰ ਤੈਅ ਕਰਨ ਵਾਲੇ ਯਾਤਰੀਆਂ ਦੀ ਪਿਆਸ ਬੁਝਾਉਣ ਦੇ ਲਈ ਰਾਜਤਾਲ ਵਿੱਚ ਬਣੇ ਤਲਾਬ ਦੇ ਪਾਣੀ ਦਾ ਪ੍ਰਬੰਧ ਕਰਨਾ ਉਹਨਾਂ ਦਾ ਸਭ ਤੋਂ ਵੱਡਾ ਪੁੰਨ ਦਾ ਕੰਮ ਸਮਝਿਆ ਜਾਂਦਾ ਹੈ। ਤਲਾਬ ਬਣਵਾਉਣ ਦੇ ਉਪਰਾਲੇ ਨਾਲ ਉਹਨਾਂ ਨੂੰ ਜਿਹੜੀ ਪ੍ਰਸਿੱਧੀ ਮਿਲੀ ਤੇ ਸਿੱਟੇ ਵਜੋਂ ਟੋਡਰ ਮੱਲ ਜੀ ਨੂੰ 1582 ਈਸਵੀ ਵਿੱਚ ਦੀਵਾਨ ਦੀ ਉਪਾਧੀ ਪ੍ਰਾਪਤ ਹੋਈ ਤੇ ਉਹਨਾਂ ਨੂੰ ਦੀਵਾਨ ਟੋਡਰ ਮੱਲ ਕਿਹਾ ਜਾਣ ਲੱਗਿਆ। ਉਹ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਉੱਘੇ ਦਰਬਾਰੀ, ਧਾਰਮਿਕ ਤੇ ਦਿਆਲੂ ਸ਼ਖਸੀਅਤ ਸੀ। ਟੋਡਰ ਮੱਲ ਨੂੰ ਰਾਜ ਦਰਬਾਰ ਵਿੱਚ ਇੱਕ ਧਰਮੀ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ। ਇਸ ਤੋਂ ਬਿਨਾਂ ਉਹ ਗੁਰੂ ਤੇਗ ਬਹਾਦਰ ਜੀ ਦੇ ਅਨੰਨ ਭਗਤ ਤੇ ਸ਼ਰਧਾਲੂ ਸਨ ਤੇ ਸਮਾਂ ਆਉਣ ਤੇ ਉਹਨਾਂ ਨੇ ਸਿੱਖ ਧਰਮ ਦੇ ਲਈ, ਗੁਰੂ ਸਾਹਿਬਾਨਾਂ ਦੇ ਲਈ ਆਪਣੀ ਸ਼ਰਧਾ ਨੂੰ ਸਾਬਤ ਵੀ ਕੀਤਾ। ਦੀਵਾਨ ਟੋਡਰ ਮੱਲ ਜੀ ਨੂੰ ਸ਼ਹੀਦੀ ਦਿਹਾੜਿਆਂ ਦੇ ਦੌਰਾਨ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਉਨੀ ਹੀ ਸ਼ਰਧਾ ਭਾਵਨਾ ਨਾਲ ਯਾਦ ਕੀਤਾ ਜਾਂਦਾ ਹੈ ਜਿਵੇਂ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਨੇ ਸਾਹਿਬਜ਼ਾਦਿਆਂ ਲਈ ਹਾਂ ਦਾ ਨਾਅਰਾ ਮਾਰਿਆ ਸੀ। ਉਸੇ ਤਰ੍ਹਾਂ ਸਿੱਖ ਕੌਮ ਦੇ ਵਿੱਚ ਉਹਨਾਂ ਦੀ ਸਤਿਕਾਰਤ ਜਗ੍ਹਾ ਹੈ ਤੇ ਉਸੇ ਦੇ ਨਾਲ ਦੀਵਾਨ ਟੋਡਰ ਮੱਲ ਜੀ ਦੀ ਵੀ ਇੱਕ ਖਾਸ ਜਗ੍ਹਾ ਹੈ। ਸ਼ੁਰੂ ਤੋਂ ਗੱਲ ਕਰਦੇ ਹਾਂ। ਜਦੋਂ ਵਜ਼ੀਰ ਖਾਨ ਦੇ ਹੁਕਮ ਦੇ ਨਾਲ ਤੇ ਗੰਗੂ ਦੀ ਗਦਾਰੀ ਦੇ ਨਾਲ
ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਲਿਆਇਆ ਜਾਂਦਾ ਹੈ ਅਤੇ ਉਹਨਾਂ ਨੂੰ ਕਤਲ ਕਰਨ ਦਾ ਹੁਕਮ ਵਜੀਦ ਖਾਨ ਵੱਲੋਂ ਦਿੱਤਾ ਜਾਂਦਾ ਹੈ। ਉਹਨਾਂ ਨੂੰ ਕਤਲ ਕਰਨ ਤੋਂ ਬਾਅਦ ਵੀ ਉਹਨਾਂ ਦੀ ਦੇਹ ਦੇ ਸੰਸਕਾਰ ਦੇ ਲਈ ਵੀ ਬੋਲੀ ਲਗਾਈ ਜਾਂਦੀ ਹੈ, ਜਿਸ ਦੀ ਕੀਮਤ ਬਹੁਤ ਜ਼ਿਆਦਾ ਸੀ ਅਤੇ ਜੋ ਉਸ ਵਕਤ ਅੱਗੇ ਆਇਆ ਉਹ ਦੀਵਾਨ ਟੋਡਰਮੱਲ ਜੀ ਸਨ। 13 ਦਸੰਬਰ 1704 ਈਸਵੀ ਨੂੰ ਜਦੋਂ ਵਜ਼ੀਰ ਖਾਨ ਦੇ ਹੁਕਮ ਨਾਲ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਜਾਂਦਾ ਆ, ਉਦੋਂ ਦੀਵਾਨ ਟੋਡਰਮੱਲ ਹੀ ਸਨ ਜਿਨ੍ਹਾਂ ਨੇ ਆਪਣੀ ਸਾਰੀ ਪੂੰਜੀ ਖਰਚ ਕੇ ਸੰਸਕਾਰ ਲਈ ਜ਼ਮੀਨ ਖਰੀਦੀ। ਦੀਵਾਨ ਟੋਡਰਮੱਲ ਨੇ ਕਰੀਬ 78 ਕਿਲੋ ਸੋਨੇ ਦੀਆਂ ਅਸ਼ਰਫੀਆਂ ਖੜੇ ਰੱਖ ਕੇ ਜ਼ਮੀਨ ਖਰੀਦੀ। ਕਹਿੰਦੇ ਨੇ ਕਿ ਉਸ ਵੇਲੇ ਸੋਨੇ ਦੀ ਅਸ਼ਰਫੀ ਦਾ ਜਿਹੜਾ ਸਾਈਜ਼ ਸੀ ਕਰੀਬ 1.25 ਇੰਚ ਅਤੇ ਭਾਰ ਕਰੀਬ 1 ਤੋਲਾ ਹੁੰਦਾ ਸੀ। ਇਸੇ ਤਰ੍ਹਾਂ ਘਰ-ਬਾਰ ਵੇਚ ਕੇ ਦੀਵਾਨ ਟੋਡਰਮੱਲ ਸਾਕਾ ਸਰਹੰਦ ਦੇ ਨਾਇਕ ਬਣ ਗਏ। ਉਹਨਾਂ ਦੀ ਜਹਾਜ਼ ਹਵੇਲੀ ਜਿੱਥੇ ਉਹ ਰਹਿੰਦੇ ਸਨ ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸਰਹੰਦ 'ਤੇ ਹਮਲਿਆਂ ਦੌਰਾਨ ਪੂਰੀ ਇੱਜ਼ਤ ਬਖਸ਼ੀ ਗਈ, ਪਰ ਉਸ ਤੋਂ ਬਾਅਦ ਉਸ ਦੀ ਜ਼ਿਆਦਾ ਸੰਭਾਲ ਨਾ ਹੋ ਸਕੀ। ਹਵੇਲੀ ਦੀ ਹਾਲਤ ਦੇਖ ਕੇ ਪਤਾ ਚੱਲਦਾ ਆ ਕਿ ਇਸ ਨੂੰ ਬਹੁਤ ਮਜ਼ਬੂਤ ਢਾਂਚੇ ਨਾਲ ਬਣਾਇਆ ਗਿਆ ਸੀ। ਇਸ ਦੀਆਂ ਨੀਹਾਂ ਬਹੁਤ ਸਖਤ ਅਤੇ ਮਜ਼ਬੂਤ ਇੱਟਾਂ ਦੇ ਨਾਲ ਬਣੀਆਂ ਨੇ। ਇਸ ਵਿੱਚ ਇੱਕ ਖੂਹ ਵੀ ਹੈ ਜਿਸ ਤੋਂ ਪਾਣੀ ਭਰਿਆ ਜਾਂਦਾ ਸੀ। ਇਸ ਦੇ ਨਾਲ ਹੀ ਹਵੇਲੀ ਦੇ ਵਿੱਚ ਇੱਕ ਟੋਭਾ ਬਣਾਇਆ ਗਿਆ ਹੈ, ਇੱਕ ਪੱਕੀਆਂ ਇੱਟਾਂ ਦੇ ਨਾਲ ਸਵਿਮਿੰਗ ਪੂਲ ਵਾਂਗ ਇਸ ਦੀ ਸ਼ੇਪ ਹੈ। ਇਹ ਬਣਾਇਆ ਗਿਆ ਹੈ ਜਿਸ ਦੇ ਬਿਲਕੁਲ ਵਿਚਕਾਰ ਇੱਕ ਫੁਹਾਰਾ ਸੀ। ਕਿਹਾ ਜਾਂਦਾ ਹੈ ਕਿ ਦੀਵਾਨ ਟੋਡਰਮੱਲ ਬਹੁਤ ਪ੍ਰਸਿੱਧ ਅਤੇ ਨਾਮੀ ਧਰਮੀ ਵਿਅਕਤੀ ਸਨ। ਉਹਨਾਂ ਕੋਲ ਈਰਾਨ ਅਤੇ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਸਨ ਅਤੇ ਇਹ ਉਹਨਾਂ ਦੇ ਇਸ਼ਨਾਨ ਕਰਨ ਦੀ ਜਗ੍ਹਾ ਸੀ। ਹਵੇਲੀ ਦਾ ਨਕਸ਼ਾ ਬਿਲਕੁਲ ਸਮੁੰਦਰੀ ਜਹਾਜ਼ ਵਰਗਾ ਹੈ, ਇਸ ਕਰਕੇ ਇਸ ਨੂੰ ਜਹਾਜ਼ੀ ਹਵੇਲੀ ਜਾਂ ਜਹਾਜ਼ ਹਵੇਲੀ ਕਿਹਾ ਜਾਣ ਲੱਗ ਪਿਆ। ਇਸ ਦੇ ਛੋਟੇ ਛੋਟੇ ਬਹੁਤ ਸਾਰੇ ਕਮਰੇ ਨੇ ਅਤੇ ਸਭ ਤੋਂ ਕਮਾਲ ਅਤੇ ਖੂਬਸੂਰਤ ਗੱਲ ਹੈ ਇਸ ਦੀਆਂ ਛੱਤਾਂ, ਜੋ ਕਿ ਬਹੁਤ ਥੋੜ੍ਹੀਆਂ ਰਹਿ ਗਈਆਂ ਨੇ। ਬਹੁਤ ਜ਼ਿਆਦਾ ਜਿਹੜੀਆਂ ਛੱਤਾਂ ਨੇ ਉਹ ਢਹਿ ਚੁੱਕੀਆਂ ਨੇ ਇਸ ਵਕਤ, ਪਰ ਉਹ ਬਿਲਕੁਲ ਗੋਲਾਕਾਰ ਸ਼ੇਪ ਦੇ ਵਿੱਚ ਛੋਟੀਆਂ ਛੋਟੀਆਂ ਇੱਟਾਂ ਦੇ ਨਾਲ ਜਿਹੜੀ ਮੀਨਾਕਾਰੀ ਕੀਤੀ ਗਈ ਹੈ ਅਤੇ ਮਜ਼ਬੂਤ ਢਾਂਚੇ ਨਾਲ ਇਹ ਹਵੇਲੀ ਹਜੇ ਵੀ ਇਸ ਉਮੀਦ ਨਾਲ ਖੜ੍ਹੀ ਹੈ ਕਿ ਸ਼ਾਇਦ ਕੌਮ ਇਸ ਨੂੰ ਕਿਸੇ ਪੱਧਰ ਤੱਕ ਸੰਭਾਲੇਗੀ। ਜਹਾਜ਼ ਹਵੇਲੀ ਤੋਂ ਬਿਨਾਂ ਦੀਵਾਨ ਟੋਡਰਮੱਲ ਜੀ ਦੀ ਯਾਦ ਦੇ ਵਿੱਚ ਦੋ ਹੋਰ ਸਥਾਨ ਨੇ, ਦੋ ਹੋਰ ਨਿਸ਼ਾਨੀਆਂ ਨੇ। ਇੱਕ ਹੈਗਾ ਦੀਵਾਨ ਹਾਲ, ਜਿਹੜਾ ਕਿ ਲੰਗਰ ਹਾਲ ਦੇ ਪਿੱਛੇ ਹੈ ਅਤੇ ਬਹੁਤ ਵਿਸ਼ਾਲ ਹੈ। ਦੂਜਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ, ਉਸ ਜਗ੍ਹਾ ਦੇ 4 ਦਰਵਾਜ਼ੇ ਨੇ, ਜਿਹਦੇ ਵਿੱਚੋਂ ਇੱਕ ਦਾ ਨਾਮ ਦੀਵਾਨ ਟੋਡਰਮੱਲ ਜੀ ਦੇ ਨਾਮ 'ਤੇ ਰੱਖਿਆ ਗਿਆ ਹੈ। SGPC ਦੇ ਮੈਂਬਰ ਕਰਨੈਲ ਸਿੰਘ ਪੰਜੌਲੀ ਨੇ ਦੱਸਿਆ ਕਿ ਦੀਵਾਨ ਟੋਡਰਮੱਲ ਜੀ ਨੇ ਸਾਹਿਬਜ਼ਾਦਿਆਂ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੀ ਰਾਖ ਨੂੰ 2 ਘੜਿਆਂ ਦੇ ਵਿੱਚ, 2 ਮਿੱਟੀ ਦੇ ਘੜਿਆਂ ਵਿੱਚ ਪਾਇਆ। ਇੱਕ ਕਾਰ ਸੇਵਾ ਦੌਰਾਨ ਗੁਰਦੁਆਰਾ ਜੋਤੀ ਸਰੂਪ ਸਾਹਿਬ, ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਫਤਿਹਗੜ੍ਹ ਸਾਹਿਬ ਵਿੱਚ, ਇੱਕ ਘੜਾ ਉੱਥੋਂ ਪ੍ਰਾਪਤ ਹੋਇਆ ਸੀ, ਜਿਸ ਨੂੰ ਕਾਰ ਸੇਵਾ ਦੇ ਮੈਂਬਰਾਂ ਨੇ ਦੁਬਾਰਾ ਉੱਥੇ ਹੀ ਦੱਬ ਦਿੱਤਾ। ਦੂਜਾ ਉਹ ਆਪਣੇ ਪਿੰਡ ਕਾਕੜੇ ਲੈ ਗਏ। ਕਾਕੜੇ ਅਤੇ ਆਲੂ ਅਰਖ ਦੇ ਵਿਚਕਾਰ ਇੱਕ ਗੁਰਦੁਆਰਾ ਸਾਹਿਬ ਬਣਿਆ। ਉੱਥੇ ਵੀ ਕਾਰ ਸੇਵਾ ਦੌਰਾਨ ਦੂਜਾ ਘੜਾ ਪ੍ਰਾਪਤ ਹੋਇਆ ਅਤੇ ਬਾਬਾ ਹਰਬੰਸ ਸਿੰਘ ਹੁਣਾਂ ਨੇ ਉਸ ਨੂੰ ਦੁਬਾਰਾ ਉੱਥੇ ਹੀ ਦੱਬ ਦਿੱਤਾ। ਇਸ ਤਰ੍ਹਾਂ ਇੱਕ ਇਹ ਗੱਲ ਵੀ ਪ੍ਰਗਟ ਹੁੰਦੀ ਹੈ ਕਿ ਉਹਨਾਂ ਦੀ ਸ਼ਰਧਾ ਇਸ ਕਦਰ ਗੁਰੂ ਘਰ ਨਾਲ ਬੱਝੀ ਹੋਈ ਸੀ ਕਿ ਜਿੱਥੇ ਉਹਨਾਂ ਨੂੰ ਸੰਸਕਾਰ ਦਾ ਫਿਕਰ ਸੀ,
ਉਸ ਤੋਂ ਬਾਅਦ ਉਹਨਾਂ ਨੇ ਇਸ ਦੀ ਵੀ ਬਿਲਕੁਲ ਜ਼ਿੰਮੇਵਾਰੀ ਚੱਕੀ ਕਿ ਕਿਤੇ ਹੁਣ ਇਹਨਾਂ ਦੀ ਰਾਖ ਨਾ ਰੁੱਲ ਜਾਵੇ। ਇਸ ਲਈ ਉਹਨਾਂ ਨੇ ਉਸ ਨੂੰ ਵੀ 2 ਘੜਿਆਂ ਵਿੱਚ ਪਾ ਕੇ ਆਪਣੇ ਪੱਧਰ 'ਤੇ ਉਸ ਦੀ ਸੰਭਾਲ ਕੀਤੀ। ਸੋ ਇਹ ਸੀ ਦੀਵਾਨ ਟੋਡਰਮੱਲ ਜੀ ਦੀ ਹਵੇਲੀ ਤੇ ਉਹਨਾਂ ਬਾਰੇ ਇੱਕ ਵਡਮੁੱਲੀ ਜਾਣਕਾਰੀ। ਇਸ ਹਵੇਲੀ ਬਾਰੇ ਮੈਨੂੰ ਲੱਗਦਾ ਕਿ ਆਪਾਂ ਨੂੰ ਇਹਦੀ ਹੋਰ ਸੰਭਾਲ ਕਰਨੀ ਚਾਹੀਦੀ ਹੈ। ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਹਾਂ ਸਮੇਂ-ਸਮੇਂ 'ਤੇ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਪਰ ਉਹ ਇੱਕ ਛਿਣ ਮਾਤਰ ਕੋਸ਼ਿਸ਼ਾਂ ਸੀ। ਅਸੀਂ ਚਾਹੀਏ ਤਾਂ ਇਹਦੇ ਲਈ ਹੋਰ ਬਹੁਤ ਕੁਝ ਕਰ ਸਕਦੇ ਹਾਂ। ਇਸ ਨੂੰ ਸਾਂਭਣ ਦੀ ਜ਼ਿੰਮੇਵਾਰੀ ਚੁੱਕਣੀ ਬਹੁਤ ਲਾਜ਼ਮੀ ਹੈ। ਸੋ ਸਾਡੀ ਇਹ ਉਮੀਦ ਰਹੇਗੀ ਕਿ ਸਮੇਂ-ਸਮੇਂ 'ਤੇ ਤੁਹਾਨੂੰ ਇਹੋ ਜਿਹੀ ਵਡਮੁੱਲੀ ਜਾਣਕਾਰੀ ਤੁਹਾਡੇ ਪੇਸ਼ ਕਰਦੇ ਰਹੀਏ। ਉਮੀਦ ਕਰਦੇ ਹਾਂ ਇਸ ਵੀਡੀਓ ਨੇ ਤੁਹਾਡੇ ਗਿਆਨ ਦੇ ਵਿੱਚ ਥੋੜ੍ਹਾ ਜਿਹਾ ਵਾਧਾ ਕੀਤਾ ਹੋਵੇਗਾ। ਅਤੇ ਜਦੋਂ ਤੁਸੀਂ ਫਤਿਹਗੜ੍ਹ ਸਾਹਿਬ ਦਰਸ਼ਨਾਂ ਦੇ ਲਈ ਆਉਣੇ ਹੋ, ਕਿਉਂਕਿ ਮੈਨੂੰ ਲੱਗਦਾ ਹੁੰਦਾ ਹੈ ਪਰਸਨਲੀ ਕਿ ਅਸੀਂ ਜੇ ਇਹਨਾਂ ਥਾਵਾਂ ਦੇ ਨਾਲ ਜੁੜੇ ਨਹੀਂ ਜਾਂ ਇਹਨਾਂ ਥਾਵਾਂ ਬਾਰੇ ਜਾਣਕਾਰੀ ਨਹੀਂ ਹੈ, ਇਹਦਾ ਮਤਲਬ ਸਿੱਧਾ ਇਹ ਆ ਕਿ ਅਸੀਂ ਜਦੋਂ ਵੀ ਜੋੜ ਮੇਲੇ ਜਾਂ ਸ਼ਹੀਦੀ ਮੇਲੇ ਹੁੰਦੇ ਨੇ, ਅਸੀਂ ਮਨੋਰੰਜਨ ਦੇ ਲਈ ਜਾਂਦੇ ਹਾਂ। ਅਸੀਂ ਇਹਨਾਂ ਦੇ ਬਾਰੇ ਜਾਣਕਾਰੀ ਹੋਰ ਹਾਸਲ ਨਹੀਂ ਕਰਦੇ। ਦੂਜੇ ਨੰਬਰ 'ਤੇ ਇਹਨਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਜਿਹੜੀਆਂ ਸੰਸਥਾਵਾਂ ਦੀ ਹੋਣੀ ਚਾਹੀਦੀ ਹੈ। ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਨਕਾਰ ਰਹੀ ਕਿ ਕੋਸ਼ਿਸ਼ ਕੀਤੀ ਹੀ ਨਹੀਂ ਗਈ। ਸੋ ਇਤਿਹਾਸਿਕ ਸ਼ਖਸੀਅਤਾਂ ਦੀ ਇੰਨੀ ਹੀ ਸੇਵਾ ਸੀ ਜਿੰਨੀਆਂ ਉਹ ਨਿਭਾ ਗਈਆਂ ਨੇ। ਬਾਕੀ ਜ਼ਿੰਮੇਵਾਰੀ ਹੁਣ ਸਾਡੀ ਹੈ ਇਹਨਾਂ ਥਾਵਾਂ ਨੂੰ ਸਾਂਭਣਾ, ਇਹਨਾਂ ਯਾਦਾਂ ਨੂੰ ਹਿਰਦਿਆਂ ਦੇ ਵਿੱਚ ਸਮਾ ਕੇ ਰੱਖਣਾ। ਉਮੀਦ ਕਰਦੀ ਹਾਂ ਇਸ ਜਾਣਕਾਰੀ ਨੇ ਤੁਹਾਡੇ ਗਿਆਨ ਦੇ ਵਿੱਚ ਵਾਧਾ ਕੀਤਾ ਹੋਵੇਗਾ। ਫਿਰ ਮਿਲਾਂਗੇ ਇੱਕ ਨਵੀਂ ਜਾਣਕਾਰੀ ਦੇ ਨਾਲ ਇੱਕ ਨਵੀਂ ਜਗ੍ਹਾ 'ਤੇ। ਤਦ ਤੱਕ ਲਈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।